ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਣੇ ਕੋਲ ਦੋ ਸਵੈ ਜੀਵਨੀਆਂ ਧੁੱਪਾਂ ਛਾਵਾਂ। ਇਹ ਸਵੈ ਜੀਵਨੀ ਯਾਦ ਰੱਖਣਾ ਨਰਿੰਦਰ ਸਿੰਘ ਕਪੂਰ ਦੀ ਸਵੈ ਜੀਵਨੀ ਆ। ਪਰ ਅੱਜ ਆਪਾਂ ਗੱਲ ਕਰਾਂਗੇ ਅੱਧੀ ਮਿੱਟੀ ਅੱਧਾ ਸੋਨਾ। ਇਹ ਕਿਤਾਬ ਵਣਜਾਰਾ ਬੇਦੀ ਦੀ। ਵਣਜਾਰਾ ਬੇਦੀ ਦੀ ਸਵੈ ਜੀਵਨੀ ਤੋਂ ਪਹਿਲਾਂ ਆਪਾਂ ਇਹਨਾਂ ਦੀ ਜ਼ਿੰਦਗੀ ਬਾਰੇ ਦੇਖ ਲਈਏ ਕੁਝ। ਇਹ ਜੋ ਮੈਂ ਕਦੇ ਸਾਂ, ਇਹ ਜੋ ਮੈਂ ਅੱਜ ਨਹੀਂ, ਇਹ ਮੇਰਾ ਬੀਤਿਆ ਸੱਚ ਏ, ਮੇਰੇ ਪਹਿਲੇ 22 ਵਰਿਆਂ ਦਾ ਸੱਚ। ਵੈਸੇ 22.5 ਸਾਲ ਹੈ ਇਸ ਦੇ ਵਿੱਚ, ਅਤੇ ਲੇਖਕ ਦੇ ਅਨੁਸਾਰ 22.5 ਕਾਂਡ ਹੀ ਹੈ ਇਸ ਦੇ ਵਿੱਚ। ਬਾਕੀ ਆਪਾਂ ਅੱਗੇ ਦੇਖਦੇ ਹਾਂ। RC ਪਬਲੀਕੇਸ਼ਨ ਨੇ ਪ੍ਰਕਾਸ਼ਿਤ ਕੀਤੀ ਅਤੇ ਪ੍ਰਿੰਟਿੰਗ RC ਪ੍ਰਿੰਟਿੰਗ ਏਜੰਸੀ। ਵਣਜਾਰਾ ਬੇਦੀ ਬਾਰੇ ਮੈਂ ਤੁਹਾਨੂੰ ਨਾਲ ਦੱਸ ਰਿਹਾ, ਤੁਸੀਂ ਉਹਨਾਂ ਚਿਰ ਇਹ ਵਾਲੇ ਯਾਦ ਕਰ ਲੈਣਾ। ਇਹ ਤੋਂ ਵੀ ਪ੍ਰਸ਼ਨ ਆਉਂਦੇ ਆ, ਥੋੜ੍ਹੇ ਨਹੀਂ ਬਹੁਤ ਸਾਰੇ ਪ੍ਰਸ਼ਨ ਇਹ ਤੋਂ ਹੀ ਆਉਂਦੇ ਆ। ਗਲੀਏ ਚਿੱਕੜ ਅਤੇ ਅੱਧੀ ਮਿੱਟੀ ਅੱਧਾ ਸੋਨਾ ਦੇ ਵਿੱਚੋਂ। ਜਿਵੇਂ ਮੇਰੀ ਪਹਿਲੀ ਸਿਮਰਤੀ, ਇਹ ਜਿਹੜਾ ਅੰਸ਼ ਹੈ ਕਿਹੜੀ ਸਵੈ ਜੀਵਨੀ ਦਾ? ਵਣਜਾਰਾ ਬੇਦੀ ਦੀ ਅੱਧੀ ਮਿੱਟੀ ਅੱਧਾ ਸੋਨਾ। ਜਾਂ ਪੁੱਛਿਆ ਜਾਂਦਾ ਇੱਕ ਗਮ ਦੇ ਗਹਿਰੇ ਸਾਏ, ਇਹ ਬਹੁਤ ਜ਼ਿਆਦਾ ਪੁੱਛਿਆ ਜਾਂਦਾ। ਇਹ ਅੱਧੀ ਮਿੱਟੀ ਅੱਧਾ ਸੋਨਾ ਦੇ ਵਿੱਚ ਹੈ। ਇਹ ਸਵੈ ਜੀਵਨੀ ਅੰਸ਼ ਗਮ ਦੇ ਗਹਿਰੇ ਸਾਏ, ਅੱਧੀ ਮਿੱਟੀ ਅੱਧਾ ਸੋਨਾ। ਇਹ ਬਾਕੀ ਵੀ ਦੇਖਣਾ ਤੁਸੀਂ, ਨਾਲ ਦੋ ਪੈਰ ਘੱਟ ਤੁਰਨਾ, ਅਤੇ ਮੈਂ ਤੁਹਾਨੂੰ ਇਹਨਾਂ ਦੇ ਜੀਵਨ ਬਾਰੇ ਦੱਸ ਰਿਹਾ। ਸਭ ਤੋਂ ਪਹਿਲਾਂ ਤਾਂ ਲੋਕਧਾਰਾ ਸ਼ਬਦ ਵਣਜਾਰਾ ਬੇਦੀ ਦੀ ਹੀ ਦੇਣ ਹੈ। ਲੋਕਜਾਨ ਸ਼ਬਦ ਕਿਸੇ ਹੋਰ ਦਾ, ਕਰਨੈਲ ਥਿੰਦ। ਲੋਕਧਾਰਾ ਸ਼ਬਦ ਪ੍ਰਚਲਿਤ ਵਣਜਾਰਾ ਬੇਦੀ ਨੇ ਕੀਤਾ। ਵਣਜਾਰਾ ਬੇਦੀ ਦੇ ਨਾਲ ਸੰਬੰਧਿਤ ਇੱਕ ਹੋਰ ਸਵਾਲ ਪੁੱਛਿਆ ਜਾ ਸਕਦਾ, ਮੱਧਕਾਲੀਨ ਕਥਾ ਸਾਹਿਤ ਨੂੰ, ਮੱਧਕਾਲੀਨ ਕਥਾ ਸਾਹਿਤ ਨੂੰ ਲੋਕਧਾਰਾ ਪਰੰਪਰਾ ਦੇ ਪੱਖ ਤੋਂ ਸਮਝਣ ਦਾ ਪਹਿਲਾ ਪ੍ਰਮਾਣਿਕ ਅਤੇ ਪਰਪੱਕ ਯਤਨ ਕਰਨ ਵਾਲਾ ਲੇਖਕ ਵਣਜਾਰਾ ਬੇਦੀ ਹੈ। ਮੱਧਕਾਲੀਨ ਜੋ ਕਥਾ ਸਾਹਿਤ ਹੈ ਉਹਨੂੰ ਲੋਕਧਾਰਾ ਪਰੰਪਰਾ ਦੇ ਪੱਖੋਂ ਸਮਝਣ ਵਾਲਾ ਪਰਪੱਕ ਅਤੇ ਪ੍ਰਮਾਣਿਕ ਲੇਖਕ ਵਣਜਾਰਾ ਬੇਦੀ ਹੈ। ਵਣਜਾਰਾ ਬੇਦੀ ਦੇ ਜਨਮ ਦੀ ਗੱਲ ਕਰੀਏ, ਉਹ ਆਪਾਂ ਚਲੋ ਅੱਗੇ ਕਿਤਾਬ ਵਿੱਚ ਆਏਗਾ, ਦੋ ਥਾਂ 'ਤੇ ਜ਼ਿਕਰ ਉਸ ਵਿੱਚ ਕਰ ਲਵਾਂਗੇ। ਕਿਤੇ 29 ਨਵੰਬਰ ਮਿਲਦਾ ਇਹਨਾਂ ਦਾ ਜਨਮ 1924, ਕਿਤੇ 28 ਮਿਲਦਾ ਅਤੇ ਕਿਤੇ 1 ਅਪ੍ਰੈਲ ਮਿਲਦਾ। ਉਹ ਕਿਹੜਾ ਸਹੀ ਆਪਾਂ ਦੇਖ ਲੈਂਦੇ ਹਾਂ। ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਲੋਕਧਾਰਾ ਨਾਲ ਸੰਬੰਧਿਤ, ਇਹਨਾਂ ਨੇ ਇੰਨਾ ਜ਼ਿਆਦਾ ਕੰਮ ਕੀਤਾ ਕਿ ਬਹੁਤ ਸਾਰੀਆਂ ਸੰਸਥਾਵਾਂ ਮਿਲ ਕੇ ਵੀ ਇੰਨਾ ਕੰਮ ਨਹੀਂ ਕਰ ਪਾਈਆਂ। ਇਸ ਲੇਖਕ ਸੰਬੰਧੀ ਕਿਹਾ ਜਾਂਦਾ ਇੱਕ ਸੰਸਥਾ ਨਹੀਂ, ਬਹੁਤ ਸਾਰੀਆਂ ਸੰਸਥਾਵਾਂ ਮਿਲ ਕੇ ਉਹਨਾਂ ਕੰਮ ਨਹੀਂ ਕਰ ਸਕੀਆਂ ਅੱਜ ਤੱਕ ਜਿੰਨਾ ਇਹਨਾਂ ਨੇ ਇਕੱਲੇ ਨੇ ਕਰ ਦਿੱਤਾ। ਅਤੇ ਇਹ ਕੰਮ ਕਿਸੇ ਇਕੱਲੇ ਇਨਸਾਨ ਦੇ ਕਰਨ ਵਾਲਾ ਨਹੀਂ, ਸੰਭਵ ਨਹੀਂ ਉਹਦੇ ਲਈ ਅੱਜ ਦੇ ਸਮੇਂ ਵਿੱਚ, ਜੋ ਇਹਨਾਂ ਨੇ ਕਰ ਦਿੱਤਾ। 4 ਦਰਜਨ ਦੇ ਕਰੀਬ ਸਿਰਫ ਲੋਕਧਾਰਾ ਨਾਲ ਸੰਬੰਧਿਤ ਕਿਤਾਬਾਂ, ਸਾਰੀਆਂ 4 ਦਰਜਨ ਨਹੀਂ, ਸਿਰਫ ਲੋਕਧਾਰਾ ਨਾਲ ਸੰਬੰਧਿਤ 4 ਦਰਜਨ ਦੇ ਕਰੀਬ ਕਿਤਾਬਾਂ ਮਿਲਦੀਆਂ ਆਪਾਂ ਨੂੰ। ਉਸੇ ਤਰ੍ਹਾਂ ਇਹਨਾਂ ਦੇ ਦੇਹਾਂਤ ਨਾਲ ਸੰਬੰਧਿਤ ਹੈ। ਬਹੁਤ ਜਗ੍ਹਾ 26 ਅਗਸਤ 2001 ਲਿਖਿਆ, ਬਹੁਤੀ ਜਗ੍ਹਾ 27 ਅਗਸਤ 2001 ਲਿਖਿਆ। ਜ਼ਿਆਦਾ 26 ਅਗਸਤ 2001 ਹੀ ਠੀਕ ਮੰਨਿਆ ਜਾਂਦਾ। ਰਜੌਰੀ ਗਾਰਡਨ ਦਿੱਲੀ ਵਿਖੇ ਇਹਨਾਂ ਦਾ ਨਿਵਾਸ ਸਥਾਨ ਸੀ। ਉੱਥੇ ਇੱਕ ਵਿਸ਼ਾਲ ਲਾਇਬ੍ਰੇਰੀ ਸੀ ਜਿਹਦੇ ਵਿੱਚ ਅਣਗਿਣਤ ਕਿਤਾਬਾਂ ਸੀ ਲੋਕਧਾਰਾ ਦੇ ਨਾਲ ਸੰਬੰਧਿਤ। ਠੀਕ ਹੈ, ਅੱਗੇ ਯਾਦ ਰੱਖਣਾ ਖੁਸ਼ਬੂਆਂ। ਖੁਸ਼ਬੂਆਂ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਸੀ ਜੋ ਇਹਨਾਂ ਨੇ ਆਪਣੇ ਪਿਤਾ ਤੋਂ ਪੈਸੇ ਲੈ ਕੇ ਪ੍ਰਕਾਸ਼ਿਤ ਕਰਵਾਇਆ ਸੀਗਾ। ਖੁਸ਼ਬੂਆਂ ਇਹ ਸਿਰਫ ਲੋਕਧਾਰਾ ਨਾਲ ਸੰਬੰਧਿਤ ਹੀ ਇਹਨਾਂ ਨੇ ਖੋਜ ਕਾਰਜ ਨਹੀਂ ਕੀਤਾ, ਸਿਰਫ ਲੋਕਧਾਰਾ ਨਾਲ ਸੰਬੰਧਿਤ ਹੀ ਖੋਜ ਕਾਰਜ ਨਹੀਂ ਕੀਤਾ। ਇਹ ਇੱਕ ਕਵੀ ਵੀ ਸੀ, ਕਾਵਿ ਰਚਨਾ ਵੀ ਕੀਤੀ ਹੈ ਇਹਨਾਂ ਨੇ, ਅਤੇ ਸੰਪਾਦਨ ਦਾ ਕੰਮ ਵੀ ਕੀਤਾ। ਅਨੁਵਾਦ ਦਾ, ਸੰਪਾਦਨ ਦਾ ਨਹੀਂ, ਮਾਫ ਕਰਨਾ, ਕਾਵਿ ਦਾ ਅਤੇ ਅਨੁਵਾਦ ਦਾ। ਇਹਨਾਂ ਨੇ 2 ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤੇ ਸੀ ਸਫਲਤਾਪੂਰਵਕ। ਇੱਕ ਅੰਗਰੇਜ਼ੀ ਵਿੱਚ ਸੀ ਫੋਕਲੋਰ ਅਤੇ ਪੰਜਾਬੀ ਵਿੱਚ ਸੀ ਪਰੰਪਰਾ। ਅੱਧੀ ਮਿੱਟੀ ਅੱਧਾ ਸੋਨਾ ਕਿਤਾਬ ਆ ਜਿਹੜੀ ਇਹਨਾਂ ਦੇ 22.5 ਸਾਲਾਂ ਦੀ ਜ਼ਿੰਦਗੀ ਮਿਲਦੀ ਹੈ। ਨਾਗਮਣੀ ਅਮਰਤਾ ਪ੍ਰੀਤਮ ਦਾ ਜੋ ਰਸਾਲਾ ਮੈਗਜ਼ੀਨ, ਉਹਦੇ ਵਿੱਚ ਇੱਕ ਸਿਰਲੇਖ ਚੱਲਦਾ ਸੀ ਮੇਰਾ ਕਮਰਾ, ਜਿਸ ਦੇ ਲਈ ਲੇਖਕ ਨੂੰ ਲਿਖਣ ਦੇ ਲਈ ਕਿਹਾ ਗਿਆ ਸੀ। ਤਾਂ ਲੇਖਕ ਨੇ ਮੇਰੇ ਕਮਰਾ ਦੇ ਵਿੱਚ ਪਿੱਤਲ ਦੀ ਕੜਾਹੀ ਲਿਖਿਆ ਸੀ ਅਤੇ ਪੁਰਾਣੀਆਂ ਯਾਦਾਂ ਜਿਹੜੀਆਂ ਇਹਨਾਂ ਦੀਆਂ ਜ਼ਿੰਦਗੀ ਦੀਆਂ ਚੱਲ ਪਈਆਂ ਸੀ। ਤਾਂ ਜਿਹੜੀ ਭਾਵਕ ਜ਼ਮੀਨ ਤਿਆਰ ਹੋ ਗਈ ਸੀ ਇਹ ਸਵੈ ਜੀਵਨੀ ਲਿਖਣ ਦੀ। ਇਹ ਸਵੈ ਜੀਵਨੀ ਦੇ ਵਿੱਚ 1947 ਤੱਕ ਦਾ ਸਮਾਂ, ਜਿੰਨਾ ਕੁ ਬਚਪਨ ਦੇ ਵਿੱਚ ਲੇਖਕ ਜਾ ਸਕਿਆ ਉਹਨਾਂ ਗਿਆ। 1947 ਦੇਸ਼ ਆਜ਼ਾਦ ਹੋਣ 'ਚ ਕੁਝ ਕੁ ਦਿਨ ਬਾਕੀ ਆ, ਉੱਥੋਂ ਤੱਕ ਇਹ ਜਿਹੜੀ ਸਵੈ ਜੀਵਨੀ ਚੱਲਦੀ ਹੈ।
ਇੱਕ ਇਹਨਾਂ ਦੀ ਸਵੈ ਜੀਵਨੀ ਆਪਾਂ ਨੂੰ ਮਿਲਦੀ ਆ ਮੇਰੇ ਰਾਹਾਂ ਦੇ ਰੰਗ। ਇੱਕ ਅੱਧੀ ਮਿੱਟੀ ਅੱਧਾ ਸੋਹਣਾ ਆਪਣੇ ਕੋਲ ਆਪਾਂ ਕਰ ਹੀ ਰਹੇ ਹਾਂ। ਇੱਕ ਗਲੀਏ ਚਿੱਕੜ ਦੂਰ ਕਰ, ਜਿਸ ਵਿੱਚ ਉਹ ਸਵਾਲ ਪੁੱਛੇ ਜਾਂਦੇ ਆ। ਜਿਹੜੀ ਮੇਰੇ ਰਾਹਾਂ ਦੇ ਰੰਗ ਆ ਉਹ ਕੋਈ ਅਗਲਾ ਭਾਗ ਨਹੀਂ ਇਸ ਦਾ। ਲੇਖਕ ਦਾ ਮੰਨਣਾ ਕਿ ਜਿਹੜੀਆਂ ਗੱਲਾਂ ਇਸ ਸਵੈ ਜੀਵਨੀ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਸੀ ਜਾਂ ਇਸ ਸਵੈ ਜੀਵਨੀ ਵਿੱਚ ਨਹੀਂ ਕਹੀਆਂ ਜਾ ਸਕਦੀਆਂ ਸੀ, ਉਸ ਨੂੰ ਉਹਨਾਂ ਨੇ 1947 ਤੱਕ ਦੇ ਸਮੇਂ ਨੂੰ ਮੇਰੇ ਰਾਹਾਂ ਦੇ ਰੰਗ ਵਿੱਚ ਲਿਖਿਆ। ਔਰ ਉਸ ਨੂੰ ਆਤਮ ਕਥਾ ਨਹੀਂ ਕਿਹਾ ਜਾ ਸਕਦਾ। ਲੇਖਕ ਨੇ ਵੀ ਕਿਹਾ ਕਿ ਕਿਉਂਕਿ ਇਹ ਆਤਮ ਕਥਾ ਨਹੀਂ, ਇਸ ਕਰਕੇ ਇਸ ਵਿੱਚ ਮੈਂ ਕਲਪਨਾ ਅਤੇ ਖੁੱਲ੍ਹ ਦੀ ਵਰਤੋਂ ਲਈ ਹੈ। ਆਪਣੇ ਹਿਸਾਬ ਨਾਲ ਘਟਨਾਵਾਂ ਨੂੰ ਤਿਆਰ ਕੀਤਾ, ਪਰ ਬਹੁਤ ਜ਼ਿਆਦਾ ਨਹੀਂ। ਇਹ ਵੀ ਲਿਖਦਾ ਕਿ ਬਹੁਤ ਜ਼ਿਆਦਾ ਨਹੀਂ, ਬੇਫਾਲਤੂ ਨਹੀਂ ਮੈਂ ਕਲਪਨਾ ਦੀ ਵਰਤੋਂ ਕੀਤੀ, ਬਸ ਜਿੰਨੀ ਕੁ ਜ਼ਰੂਰਤ ਸੀ। ਇਸ ਕਰਕੇ ਇਸ ਕਿਤਾਬ ਦੇ ਨਾਲ ਨਾਲ ਹੀ ਸਮਾਂ ਚੱਲਦਾ ਮੇਰੇ ਰਾਹਾਂ ਦੇ ਰੰਗ, ਪਰ ਉਸ ਨੂੰ ਆਤਮ ਕਥਾ ਵਿੱਚ ਨਹੀਂ ਰੱਖਿਆ ਜਾਂਦਾ। 1947 ਤੋਂ ਬਾਅਦ ਦਾ ਸਮਾਂ ਇਹਨਾਂ ਦਾ ਗਲੀਏ ਚਿੱਕੜ ਦੂਰ ਘਰ ਦੇ ਵਿੱਚ ਮਿਲਦਾ 12 ਸਾਲਾਂ ਦੇ ਲਗਭਗ 59-60 ਤੱਕ। ਪਰ 60 ਤੋਂ ਬਾਅਦ ਲੇਖਕ ਦਾ ਮੰਨਣਾ ਕਿ ਮੇਰੀ ਜ਼ਿੰਦਗੀ ਬਿਲਕੁਲ ਸਿੱਧ ਪੱਧਰੀ ਹੋ ਗਈ ਸੀ। ਇਸ ਤੋਂ ਬਾਅਦ ਮੈਂ ਕਦੇ ਹਿਆ ਨਹੀਂ ਕੀਤਾ ਲਿਖਣ ਦਾ, ਕਿ ਮੈਨੂੰ ਜ਼ਰੂਰਤ ਮਹਿਸੂਸ ਨਹੀਂ ਹੋਈ ਕਦੇ ਲਿਖਣ ਦੀ। ਬਾਕੀ ਹੋਰ ਵੀ ਇਹਨਾਂ ਦੀਆਂ ਸਵੈ ਜੀਵਨੀਆਂ ਜਿਹੜੀਆਂ ਮਿਲਦੀਆਂ 12 ਕਾਂਡ ਹੀ ਉਹਦੇ ਵਿੱਚ 12 ਸਾਲ ਆ। ਗਲੀਏ ਚਿੱਕੜ ਦੂਰ ਘਰ ਦੇ ਵਿੱਚ 12 ਕਾਂਡ ਅਤੇ 12 ਸਾਲਾਂ ਦੀ ਇਹਨਾਂ ਦੀ ਜ਼ਿੰਦਗੀ ਆ। ਠੀਕ ਹੈ, 1960 ਦੇ ਲਗਭਗ ਤੱਕ ਦਾ ਸਮਾਂ ਉਹਦੇ ਵਿੱਚ 59 ਤੱਕ ਦਾ। ਹੁਣ ਆਪਾਂ ਦੇਖੀਏ ਇਸ ਸਵੈ ਜੀਵਨੀ ਦੇ ਵਿੱਚ ਪਹਿਲਾਂ ਇਹ ਸਾਰੇ ਦੇਖ ਲਓ। 2 ਪੈਰ ਘੱਟ ਤੁਰਨਾ, ਇਹ ਸਵੈ ਜੀਵਨੀ ਦਾ ਨਾਮ 2 ਪੈਰ ਘੱਟ ਤੁਰਨਾ ਹੀ ਸੀ। ਫਿਰ ਇਹਨਾਂ ਦੇ ਦੋਸਤ ਨੇ ਦੱਸਿਆ ਕਿ ਇਸ ਨਾਮ ਦੀ ਕਿਤਾਬ ਹੋਰ ਹੈ, ਅਤੇ ਜਿਹੜਾ ਇਹਨਾਂ ਦਾ ਮੁੱਖ ਬੰਦ ਸੀ ਅੱਧੀ ਮਿੱਟੀ ਅੱਧਾ ਸੋਨਾ, ਉਸ ਨੂੰ ਫਿਰ ਸਰਲੇਖ ਕਰ ਦਿੱਤਾ ਗਿਆ ਕਿਤਾਬ ਦਾ। ਸਲਵਾਨ ਦਾ ਸਿਆਲਕੋਟ, ਧੁਰੋਂ ਬਖਸ਼ਿਆ ਬੰਦਾ, ਇਲਾਹੀ ਬਰਕਤ। ਅੱਧੀ ਮਿੱਟੀ ਅੱਧਾ ਸੋਨਾ ਦੇ ਵਿੱਚ ਕੀ ਆ? ਲੇਖਕ ਆਪਣੀ ਜ਼ਿੰਦਗੀ ਦਾ ਜਦੋਂ ਵਰਣਨ ਕਰਦਾ, ਨਾਲ ਨਾਲ ਲੋਕਧਾਰਾ ਨਾਲ ਜੁੜਿਆ ਹੋਇਆ ਲੇਖਕ ਹੈ, ਆਪਣੀ ਸਵੈ ਜੀਵਨੀ ਵਿੱਚ ਵੀ ਪੁਰਾਣਾ ਸਾਹਿਤ ਆ ਜਿਹੜਾ ਉਹਦਾ ਵਰਣਨ ਕਰਦਾ। ਸਲਵਾਨ ਦਾ ਸਿਆਲਕੋਟ, ਇਹਨਾਂ ਦਾ ਜਨਮ ਸਿਆਲਕੋਟ ਹੋਇਆ, ਤਾਂ ਉੱਥੋਂ ਦਾ ਇਤਿਹਾਸ ਚੱਕ ਲੈਂਦਾ ਕਿ ਸਿਆਲਕੋਟ ਵਿੱਚ ਕਿ ਜੇ ਕਿੰਨੇ ਕਿੰਨੇ ਮਹਾਨ ਲੋਕ ਹੋਏ ਆ, ਮੈਂ ਵੀ ਇੱਥੇ ਇਸ ਮਹਾਨ ਧਰਤੀ 'ਤੇ ਪੈਦਾ ਹੋਇਆ। ਠੀਕ ਹੈ, ਜਾਂ ਗੁਰੂ ਨਾਨਕ ਦੇਵ ਜੀ ਦਾ ਬੇਦੀ ਗੋਤ ਸੀ, ਇਹਨਾਂ ਦਾ ਨਾਲ ਬੇਦੀ ਆ। ਠੀਕ ਹੈ, ਨਾਲ ਬੇਦੀ ਲੱਗਦਾ, ਤਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਚੱਲ ਪੈਂਦਾ ਪੁਰਾਣਾ ਲੋਕ ਸਾਹਿਤ। ਸ਼ੁੱਕਰਵਾਰ ਨੂੰ ਜਨਮ ਹੋਇਆ ਤਾਂ ਸ਼ੁੱਕਰਵਾਰ ਦੀ ਮਹੱਤਤਾ ਦੇਖਣ ਲੱਗ ਜਾਂਦਾ ਲੋਕ ਸਾਹਿਤ ਦੇ ਵਿੱਚ ਕੀ ਹੈ। ਤਾਂ ਜਿਹੜਾ ਲੋਕ ਸਾਹਿਤ ਨਾਲ ਨਾਲ ਲਿਖਿਆ, ਲੇਖਕ ਮੰਨਦਾ ਕਿ ਉਹ ਤਾਂ ਹੈ ਸੋਨਾ, ਅਤੇ ਜਿਹੜੀ ਨਾਲ ਨਾਲ ਮੇਰੀ ਜ਼ਿੰਦਗੀ ਚੱਲਦੀ ਹੈ ਉਹ ਹੈ ਮਿੱਟੀ। ਮੇਰੀ ਪਹਿਲੀ ਸਮਰਤੀ ਰਾਜਾ ਰਸਾਲੂ ਦੇ ਦੇਸ਼ ਨੂੰ, ਕੁਰਬਾਨ ਧਣੀ ਦਾ ਵਸਣਾ, ਖਾਨਾ ਬਦੋਸ਼ਾਂ ਦਾ ਡੇਰਾ। ਗਲੀਏ ਚਿੱਕੜ ਦੂਰ ਘਰ ਦੇ ਵੀ ਇਹ ਕਾਂਡ ਆ ਜਿਹੜੇ ਯਾਦ ਕਰ ਲੈਣਾ। ਦੁੱਧੀ ਦੀ ਮਿੱਟੀ, ਅੰਮ੍ਰਿਤ ਦਾ ਖੰਡਨ। ਇਹ ਪੁੱਛਿਆ ਜਾ ਸਕਦਾ ਕਿਹੜੀ ਸਵੈ ਜੀਵਨੀ ਦਾ ਅੰਸ਼? ਅੱਧੀ ਮਿੱਟੀ ਅੱਧਾ ਸੋਨਾ। ਮੇਰੀ ਕਲਮ ਦਾ ਜਨਮ, ਅੱਧੀ ਮਿੱਟੀ ਅੱਧਾ ਸੋਨਾ। ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ। ਅੱਧੀ ਮਿੱਟੀ ਅੱਧਾ ਸੋਨਾ ਇਹ ਪੁੱਛਿਆ ਜਾਂਦਾ, ਕਿਉਂਕਿ ਇਹ ਉਲਝਾ ਦਿੰਦਾ ਥੋੜ੍ਹਾ ਜਿਹਾ। ਅੱਗੇ ਹਾੜ ਜਲੇ ਜੈਸੇ ਲਾਕਰੀ, ਡਿੱਗਿਆ ਧਰਤ ਚੌਫਾਲ। ਕਾਇਆ ਦਾ ਭੋਗ ਤੇ ਆਤਮਾ ਦਾ ਜੋਗ, ਕਾਲਾ ਇਲਮ ਤੇ ਚਿੱਟਾ ਰਾਹ। ਮੈਂ ਤੁਰਦੀ ਤੁਰਦੀ ਢਹਿ ਪਈ, ਇਲਾਹੀ ਨੂਰ ਦੀ ਗੋਦੀ ਵਿੱਚ। ਇਹ ਯਾਦ ਰੱਖ ਲੈਣਾ, ਅੱਧੀ ਮਿੱਟੀ ਅੱਧਾ ਸੋਨਾ ਦਾ ਅੰਸ਼। ਵਾਹ ਓਏ ਇਹ ਸੀ ਤੇਰੀ ਖੁਦਾਈ, ਲਾਹਨਤ ਐਸੀ ਯਾਰੀ ਨੂੰ, ਗਮ ਦੇ ਗਹਿਰੇ ਸਾਏ। ਇਹ ਪੁੱਛਿਆ ਜਾਂਦਾ, ਗਮ ਦੇ ਗਹਿਰੇ ਸਾਏ। ਅੱਧੀ ਮਿੱਟੀ ਅੱਧਾ ਸੋਨਾ ਦਾ ਸਵੈ ਜੀਵਨੀ ਅੰਸ਼ ਇਹਦੇ ਵਿੱਚੋਂ ਲਿਆ ਗਿਆ। ਫਿਰ ਹਨੇਰੀ ਝੁੱਲੀ, ਅਲਵਿਦਾ ਹੈ ਵਤਨ, ਇੱਕ ਸਫ਼ਰ ਦਾ ਅੰਤ। ਇਹ ਕਿਤਾਬ ਆ ਜੋ ਵਾਰਤਕ ਦਾ ਸ੍ਰੇਸ਼ਟ ਪੁਰਸਕਾਰ ਮਿਲਿਆ ਇਸ ਨੂੰ, ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ MA ਦੇ ਵਿੱਚ ਵੀ ਇਹ ਕਿਤਾਬ ਜਿਹੜੀ ਪੜ੍ਹਾਈ ਜਾਣ ਲੱਗੀ ਸੀ। ਜੀਵਨ ਦੇ ਪਹਿਲੇ 22.5 ਵਰ੍ਹਿਆਂ ਦੇ ਸਫ਼ਰ ਨੂੰ ਮੈਂ 22.5 ਕਾਂਡਾਂ ਦੇ ਵਿੱਚ ਹੀ ਅੰਕਿਤ ਕੀਤਾ ਹੈ। 22.5 ਇਸ ਲਈ ਕਿ ਮੈਂ ਇਸ ਦੇ ਇੱਕ ਕਾਂਡ ਵਿੱਚ ਕੁਝ ਰਹੱਸ ਉਜਾਗਰ ਕਰਨ ਦੀ ਜ਼ਰੂਰਤ ਨਹੀਂ ਕਰ ਸਕਿਆ, ਇਸ ਲਈ ਉਹ ਕਾਂਡ ਮੇਰੇ ਵਿਚਾਰ ਅਨੁਸਾਰ ਅਧੂਰਾ ਕਿਹਾ ਜਾ ਸਕਦਾ ਹੈ। ਵੈਸੇ ਤਾਂ 24 ਕਾਂਡ ਇੱਕ ਮੁੱਖ ਬੰਦ ਹੋ ਗਿਆ, 23 ਰਹਿ ਗਏ। 23 ਚੋਂ ਇੱਕ ਲੇਖਕ ਮੰਨਦਾ ਕਿ ਅਧੂਰਾ, ਅਤੇ ਬਾਕੀ 22 ਸਾਲਾਂ ਨੂੰ 22.5 ਕਾਂਡ ਦੇ ਵਿੱਚ ਸਮਾਪਤ ਕੀਤਾ। ਇਹ ਮੇਰੀ ਇਸ ਆਤਮ ਕਥਾ ਵਿੱਚ ਸੰਯੋਗ ਦੀ ਕਾਫੀ ਮਾਤਰਾ ਹੈ। ਜੇ ਅਜਿਹੇ ਸੰਯੋਗ ਕਿਸੇ ਨਾਵਲ ਦੇ ਕਥਾਨਕ ਵਿੱਚ ਹੁੰਦੇ ਤਾਂ ਉਹ ਨਾਵਲਕਾਰ ਦੀ ਕਮਜ਼ੋਰੀ ਮੰਨ ਕੇ ਨਿੰਦੇ ਜਾਂਦੇ, ਜਿਵੇਂ ਨਾਨਕ ਸਿੰਘ ਦੇ ਨਾਵਲਾਂ ਵਿੱਚ ਹੁੰਦਾ। ਪਰ ਜੇ ਉਹ ਸੰਯੋਗ ਮੇਰੇ ਜੀਵਨ ਵਿੱਚ ਬਿਖਰੇ ਹੋਣ ਕਰਕੇ ਇਸ ਆਤਮ ਕਥਾ ਦਾ ਸਹਿਜ ਅੰਗ ਬਣ ਗਏ ਹਨ, ਤਾਂ ਇਸ ਨੂੰ ਮੇਰੀ ਹੋਣੀ ਕਰਨ ਵਾਲੇ ਸਿਰਜਣਹਾਰ ਦੀ ਕਮਜ਼ੋਰੀ ਮੰਨਣਾ ਪਵੇਗਾ। ਜਿਵੇਂ ਕਿ ਜਦੋਂ ਮੈਂ ਪੂਰਨ ਤਿਆਗ ਦਾ ਨਿਸ਼ਚਾ ਕਰ ਲਿਆ ਸੀ, ਤਾਂ ਉਸ ਰਾਤ ਸੁਪਨੇ ਵਿੱਚ ਇੱਕ ਮੁਟਿਆਰ ਨੇ ਪ੍ਰਗਟ ਹੋ ਕੇ ਮੇਰਾ ਮੂੰਹ ਚੁੰਮ ਲਿਆ ਅਤੇ ਮੇਰੀ ਸੁੱਤੀ ਜਵਾਨੀ ਨੂੰ ਅੱਗ ਲਗਾ ਕੇ ਬੇਕਾਬੂ ਕਰ ਦਿੱਤਾ। ਜਾਂ ਫਿਰ ਜਿਸ ਰਾਤ ਨੂੰ ਮੇਰੇ ਪਿਤਾ ਜੀ ਦੀ ਮੌਤ ਹੋਈ ਸੀ, ਜੇ ਉਸ ਰਾਤ ਉਹ ਚਲਾਣਾ ਨਾ ਕਰਦੇ ਤਾਂ ਉਹ ਮੇਰੀ ਸੁਹਾਗ ਰਾਤ ਹੁੰਦੀ। ਲੇਖਕ ਇਸ ਵਿੱਚ ਬੜਾ ਅਧਿਆਤਮਿਕ ਵਿਚਾਰਾਂ ਵਾਲਾ ਦਿਖਾਇਆ ਗਿਆ, ਅਤੇ ਇਸੇ ਕਰਕੇ ਕੁਝ ਨੇ ਆਲੋਚਨਾ ਵੀ ਕੀਤੀ ਹੈ ਲੇਖਕਾਂ ਨੇ ਕਿ ਆਪਣੇ ਆਪ ਨੂੰ ਮਹਾਨ ਬਣਾ ਕੇ ਪੇਸ਼ ਕੀਤਾ ਇਸ ਸਵੈ ਜੀਵਨੀ ਵਿੱਚ।
ਅੰਮ੍ਰਿਤਾ ਪ੍ਰੀਤਮ ਜੀ ਦੀ ਪ੍ਰੇਰਨਾ ਤੇ ਜਦੋਂ ਮੈਨੂੰ ਨਾਗਮਣੀ ਲਈ ਇੱਕ ਫੀਚਰ ਮੇਰਾ ਕਮਰਾ ਲਿਖਣ ਦੇ ਲਈ ਲਿਖਣਾ ਪਿਆ ਤਾਂ ਮੇਰੇ ਪੁਰਾਣੇ ਖਰੀਂਡ ਉੱਚੜ ਗਏ। ਇਹ ਉਹਦੇ ਵਿੱਚ ਇੱਕ ਉਹ ਚੱਲਦਾ ਸੀ ਨਾਗਮਣੀ ਦੇ ਵਿੱਚ ਸਰਲੇਖ, ਇਹਦੇ ਲਈ ਲਿਖਣ ਲਈ ਕਿਹਾ ਸੀ। ਇਹਨਾਂ ਨੇ ਲਿਖਿਆ ਸੀ ਪਿੱਤਲ ਦੀ ਕੜਾਹੀ। ਤਾਂ ਪੁਰਾਣੇ ਖਰੀਂਡ ਉੱਚੜ ਗਏ ਤੇ ਆਤਮ ਕਥਾ ਲਿਖਣ ਲਈ ਭਾਵਕ ਤੌਰ ਤੇ ਜ਼ਮੀਨ ਤਿਆਰ ਹੋ ਗਈ। ਇਹਨਾਂ ਦੇ ਜਨਮ ਇਹਨਾਂ ਨੇ ਇੱਥੇ 28 ਲਿਖਿਆ। ਆਪਣੇ ਜਨਮ ਦਿਵਸ 28 ਨਵੰਬਰ, ਇਹ ਸਮਾਂ ਇਹਨਾਂ ਦਾ ਸਵੈ ਜੀਵਨੀ ਜਦੋਂ ਸ਼ੁਰੂ ਕੀਤੀ ਉਹ ਸਾਲ ਨੂੰ ਛੂਹ ਕੇ 1.5 ਮਹੀਨੇ ਦੇ ਅੰਦਰ ਮੁਕਾ ਦਿੱਤੀ। ਜੋ ਸਹਿ ਸੁਭਾਅ ਲਿਖਿਆ ਗਿਆ ਮੈਂ ਇਸ ਨੂੰ ਮੁੜ ਕੇ ਸੋਧ ਕੇ ਖੰਡਿਤ ਨਹੀਂ ਕਰਨਾ ਚਾਹਿਆ। ਇਸ ਆਤਮ ਕਥਾ ਦਾ ਨਾਂ ਇੱਕ ਲੋਕ ਗੀਤ ਦੇ ਆਧਾਰ ਤੇ 2 ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ ਲੋਕ ਗੀਤ ਇਹ ਰੱਖਿਆ ਗਿਆ ਸੀ ਅਤੇ ਮੁੱਖ ਬੰਦ ਦਾ ਨਾਂ ਸੀ ਅੱਧੀ ਮਿੱਟੀ ਅੱਧਾ ਸੋਨਾ। ਪਰ ਜਦੋਂ ਇਕਬਾਲਦੀਪ ਨੇ ਦੱਸਿਆ ਕਿ ਇਸ ਨਾਂ ਦੀ ਇੱਕ ਪੁਸਤਕ ਪਹਿਲਾਂ ਹੀ ਮੌਜੂਦ ਹੈ ਤਾਂ ਮੈਂ ਮੁੱਖ ਬੰਦ ਦੇ ਸਰਲੇਖ ਉੱਤੇ ਹੀ ਪੁਸਤਕ ਦਾ ਨਾਂ ਅੱਧੀ ਮਿੱਟੀ ਅੱਧਾ ਸੋਨਾ ਕਰ ਦਿੱਤਾ। ਵਣਜਾਰਾ ਦਿੱਤੀ, ਰਜੌਰੀ ਗਾਰਡਨ, ਨਵੀਂ ਦਿੱਲੀ। ਕੁਝ ਕੁ ਜ਼ਰੂਰੀ ਗੱਲਾਂ ਇਸ ਵਿੱਚੋਂ ਦੇਖ ਲੈਣਾ। ਇਸ ਤਰ੍ਹਾਂ ਚੱਲਦੀਆਂ ਇਹਨਾਂ ਦੀਆਂ, ਠੀਕ ਹੈ। ਦੇਸੀ ਮਹੀਨਿਆਂ ਦੇ ਹਿਸਾਬ ਨਾਲ ਮੱਘਰ ਮਹੀਨੇ ਦੀ ਬਣਦੀ ਹੈ। ਮੱਘਰ ਮਹੀਨੇ ਦੀ ਮਹੱਤਤਾ, ਸ਼ੁੱਕਰਵਾਰ ਨੂੰ ਜਨਮ ਹੋਇਆ ਤਾਂ ਸ਼ੁੱਕਰਵਾਰ ਦੇ ਨਾਲ ਸੰਬੰਧਿਤ ਮੁਸਲਮਾਨਾਂ ਦੇ ਵਿੱਚ, ਈਸਾਈਆਂ ਦੇ ਵਿੱਚ, ਸਿੱਖਾਂ ਦੇ ਵਿੱਚ ਇਸ ਦਾ ਦੇਖਿਆ ਜਾਏਗਾ, ਠੀਕ ਹੈ। ਗੋਤ ਹੈ, ਗੋਤ ਵੱਲੋਂ ਅੰਗ ਰਿਸ਼ੀ ਨਾਲ ਜਾ ਰਲਦਾ ਹਾਂ, ਜਿਸ ਦੀਆਂ 108 ਪੀੜ੍ਹੀਆਂ ਦੇ ਸਭ ਗੁਨਾਹ ਮਾਫ਼ ਹਨ ਅਤੇ ਕੁੱਲ ਵੱਲੋਂ ਬਾਬੇ ਨਾਨਕ ਦੀ 14ਵੀਂ ਪੀੜ੍ਹੀ ਵਿੱਚੋਂ ਹਾਂ, ਜਿਨ੍ਹਾਂ ਦੀਆਂ 21 ਕੁੱਲਾਂ ਦੇ ਗੁਨਾਹ ਧੁਰੋਂ ਬਖਸ਼ੇ ਗਏ ਹਨ। ਗੁਰਬਾਣੀ ਵਿੱਚ ਵੀ ਮਹਾਂਪੁਰਖਾਂ ਦੀ 21 ਕੁੱਲਾਂ ਦੇ ਤਰਨ ਵੱਲ ਸੰਕੇਤ ਮਿਲਦਾ ਹੈ। ਅਤੇ ਇਸੇ ਜੋ ਨਾਲ ਲੋਕ ਸਾਹਿਤ ਵੀ ਚੱਲਦਾ, ਉਸੇ ਨੂੰ ਲੇਖਕ ਨੇ ਮੰਨਿਆ ਸੋਹਣਾ ਅਤੇ ਆਪਣੀ ਨਾਲ ਜ਼ਿੰਦਗੀ ਨੂੰ ਮਿੱਟੀ ਮੰਨਿਆ। ਅਤੇ ਕੁਝ ਕੁ ਮੈਂ ਪੇਜ ਮੋੜੇ ਸੀ ਜਿਨ੍ਹਾਂ ਵਿੱਚ ਤੁਹਾਨੂੰ ਕੁਝ ਕੁ ਸਤਰਾਂ ਬਣਾਉਣੀਆਂ ਸੀ। ਪੇਪਰ ਨਾਲ ਸੰਬੰਧਿਤ ਤਾਂ ਤੁਹਾਨੂੰ ਚੀਜ਼ਾਂ ਦੱਸ ਹੀ ਦਿੱਤੀਆਂ ਮੈਂ, ਅਤੇ ਪਰ ਫਿਰ ਵੀ ਦੇਖ ਲੈਣਾ। ਜਿਵੇਂ ਇੱਥੇ 29 ਨਵੰਬਰ 1924 ਨੂੰ ਹੋਇਆ, ਪਰ ਕਾਗਜ਼ਾਂ ਅਤੇ ਸਰਟੀਫਿਕੇਟਾਂ ਵਿੱਚ ਇਹਨਾਂ ਦਾ ਜਨਮ ਹੈਗਾ 1 ਅਪ੍ਰੈਲ 1925। ਹੁਣ ਆਪਾਂ ਸਹੀ ਕਿਹੜਾ ਮੰਨਾਂਗਾ, ਜੋ ਪਹਿਲਾਂ ਸੀ 28 ਨਵੰਬਰ 1924। ਉਵੇਂ ਇਹਨਾਂ ਦਾ ਦੇਹਾਂਤ ਨਾਲ ਸੰਬੰਧਿਤ ਹੈ। ਦੇਹਾਂਤ ਕਿਤੇ 26 ਅਗਸਤ ਮਿਲਦਾ, ਕਿਤੇ 27 ਅਗਸਤ ਮਿਲਦਾ, ਪਰ ਜ਼ਿਆਦਾਤਰ 26 ਅਗਸਤ ਵਾਲਾ ਜਿਹੜਾ ਠੀਕ ਮੰਨਿਆ ਜਾਂਦਾ। ਜਨਮ ਸਿਆਲਕੋਟ ਦੇ ਵਿੱਚ ਹੋਇਆ ਸੀ। PhD ਇਹਨਾਂ ਨੇ ਕੀਤੀ ਸੀ ਦਿੱਲੀ ਯੂਨੀਵਰਸਿਟੀ ਤੋਂ, ਅਤੇ MA ਕੀਤੀ ਸੀ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ। ਫਿਰ ਮੈਂ ਪ੍ਰੀਤਮ ਵਿੱਚ ਛਪਣ ਲਈ ਮੇਰੇ ਵਿੱਚ ਉਤਸੁਕਤਾ ਪੈਦਾ ਹੋਈ। ਇੱਕ ਕਵਿਤਾ ਭੇਜੀ ਪਰ ਸੰਪਾਦਕ ਨੇ ਨਾ ਛਾਪੀ। ਚਿੱਠੀ ਲਿਖੀ ਪਰ ਕੋਈ ਉੱਤਰ ਨਾ ਮਿਲਿਆ। ਮੈਂ ਸਰਦਾਰ ਅਵਤਾਰ ਸਿੰਘ ਆਜ਼ਾਦ ਨੂੰ ਗੁੱਸੇ ਨਾਲ ਭਰੀ ਇੱਕ ਚਿੱਠੀ ਲਿਖੀ ਕਿ ਤੁਸੀਂ ਮੇਰੀ ਕਵਿਤਾ ਨਾ ਤਾਂ ਛਾਪਦੇ ਹੋ ਅਤੇ ਨਾ ਹੀ ਜਵਾਬ ਦਿੰਦੇ ਹੋ। ਮੈਂ ਤੁਹਾਨੂੰ ਛੇਤੀ ਹੀ ਪ੍ਰੀਤਮ ਦਾ ਸੰਪਾਦਕ ਬਣ ਕੇ ਵਿਖਾਵਾਂਗਾ ਅਤੇ ਜਦੋਂ ਤੁਸੀਂ ਆਪਣੀ ਕਵਿਤਾ ਛਾਪਣ ਲਈ ਮੈਨੂੰ ਭੇਜੋਗੇ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਕਰਾਂਗਾ। ਉਦੋਂ ਪ੍ਰੀਤਮ ਦਾ ਸੰਪਾਦਕ ਬਣਨਾ ਮੇਰੇ ਲਈ ਬੜਾ ਵੱਡਾ ਸੁਪਨਾ ਸੀ। ਇਹ ਸੁਪਨਾ ਪੂਰੇ 7 ਸਾਲਾਂ ਮਗਰੋਂ ਸਾਕਾਰ ਹੋਇਆ ਹਨ, ਕਿਉਂਕਿ ਪਹਿਲਾਂ ਲੇਖਕ ਚਲਾ ਜਾਂਦਾ, ਆਪਣੇ ਪਿਤਾ ਜੀ ਦੀ ਯਾਦ ਨਾਲ ਸੰਬੰਧਿਤ ਸਾਰਾ ਸਮਾਨ ਲੈ ਜਾਂਦਾ, ਜਦ ਕਿ ਆਪਣੀ ਪਤਨੀ ਦਾ ਨਵਾਂ ਦਾਜ ਵਿੱਚ ਸਮਾਨ ਮਿਲਿਆ ਸਾਰਾ ਉੱਥੇ ਹੀ ਛੱਡ ਜਾਂਦੇ ਆ। ਪਰ ਅਗਲੇ ਦਿਨ ਲੇਖਕ ਆਉਂਦਾ, ਫਿਰ ਸਿਰਫ ਕਿਤਾਬਾਂ ਦੇਖਣ। ਪਰਮਾਤਮਾ ਨਾਲ ਤਾਂ ਨਾਰਾਜ਼ ਹੋ ਹੀ ਚੁੱਕਿਆ ਹੁੰਦਾ, ਗ੍ਰੰਥ ਵਗੈਰਾ ਸਭ ਛੱਡ ਜਾਂਦਾ ਲਿਖ ਕੇ, ਮੈਂ ਤੁਹਾਨੂੰ ਨਹੀਂ ਲੈ ਕੇ ਜਾਣਾ, ਠੀਕ ਹੈ। ਮੇਰੀਆਂ ਕਿਤਾਬਾਂ ਅਤੇ ਮੇਰੀਆਂ ਲਿਖਤਾਂ ਜਦੋਂ ਅਗਲੇ ਦਿਨ ਲੇਖਕ ਆਉਂਦਾ, ਆਜ਼ਾਦੀ ਮਿਲਣ ਦੇ ਵਿੱਚ ਕੁਝ ਕੁ ਦਿਨ ਬਾਕੀ ਰਹਿੰਦੇ ਆ, ਬਸ ਇਹ ਸਵੈ ਜੀਵਨੀ ਸਮਾਪਤ ਹੋ ਜਾਂਦੀ ਹੈ। ਆਵਾਜ਼ਾਂ ਮਾਰ ਰਹੀਆਂ ਸਨ। ਫਿਰ ਮੈਂ ਆਪਣੀਆਂ ਕੁਝ ਕਿਤਾਬਾਂ ਬੋਰੀ ਵਿੱਚ ਪਾ ਲਈਆਂ, ਕੁਝ ਪੁਰਾਣੇ ਰਸਾਲੇ, 5 ਦਰਿਆ, ਪੰਜਾਬੀ ਸਾਹਿਤ ਅਤੇ ਫੁਲਵਾੜੀ ਦੇ ਕੁਝ ਅੰਕ ਵੀ ਉਸ ਵਿੱਚ ਤੂੜ ਦਿੱਤੇ। ਫਿਰ ਮੈਂ ਅਲਮਾਰੀ ਖੋਲ੍ਹ ਕੇ ਉਸ ਵਿੱਚੋਂ ਆਪਣੀਆਂ ਲਿਖਤਾਂ ਦੇ ਕੁਝ ਖਰੜੇ ਕੱਢੇ। ਆਪਣੀਆਂ ਮੁੱਢਲੀਆਂ ਰਚਨਾਵਾਂ ਧਰੂਪ ਭਗਤ ਤੇ ਮਨ ਅੰਤ ਕੀ ਪੀੜ ਦੇ ਨਾਟਕ ਸਨ, ਕੁਝ ਕਵਿਤਾਵਾਂ, ਕਹਾਣੀਆਂ ਤੇ ਇਕਾਂਗੀ ਸਨ। ਫਿਰ ਸਭ ਤੋਂ ਕੀਮਤੀ ਵਿਰਸਾ ਖਾਣਾ ਦੀ ਡਾਇਰੀ ਤੇ ਲੋਕ ਗੀਤ, ਕਾਵ ਕਥਾਵਾਂ ਤੇ ਲੋਕ ਕਹਾਣੀਆਂ ਵਾਲੀ ਕਾਪੀ, ਜਿਸ ਉੱਤੇ ਮੈਂ ਵੱਡੇ ਸਾਰੇ ਸ਼ਬਦਾਂ ਵਿੱਚ ਲੋਕ ਸਾਹਿਤ ਲਿਖਿਆ ਹੋਇਆ ਸੀ, ਉਹ ਵੀ ਬੋਰੀ ਵਿੱਚ ਸਭ ਤੋਂ ਉੱਪਰ ਰੱਖ ਲਈਆਂ। ਬਸ ਹੋਰ ਕੁਝ ਨਹੀਂ ਹੱਲ ਜਾਣਾ ਅਤੇ ਮੈਂ ਬੋਰੀ ਨਾਲ ਬੰਨ੍ਹ ਦਿੱਤੀ। ਇਹ ਇੱਕ ਚੀਜ਼ ਹੋਰ ਸੀ, ਮੈਂ ਪੇਜ ਮੋੜਿਆ ਸੀ ਲੇਖਕ ਦਾ। ਜਿਵੇਂ ਇਹ ਕਈ ਘਟਨਾਵਾਂ ਆਪਾਂ ਨੂੰ ਬੜੀਆਂ ਅਜੀਬ ਜਿਹੀਆਂ ਲੱਗਦੀਆਂ ਸਵੈ ਜੀਵਨੀ ਵਿੱਚ, ਕਿ ਲੇਖਕ ਦਾ ਜਾਣਾ ਰੇਲ ਗੱਡੀ ਉੱਪਰ
ਤਾਂ ਮੈਂ ਸੱਚ ਦੱਸਾਂ ਤਾਂ ਜਦੋਂ ਲੋਕਡਾਊਨ ਲੱਗਿਆ ਮੈਂ ਕਿਰਾਏ ਦੇ ਕਮਰੇ ਉੱਪਰ ਰਹਿੰਦਾ ਸੀ। ਮੈਨੂੰ ਐਂ ਸੀ ਵੀ 2-4 ਦਿਨਾਂ ਬਾਅਦ ਫਿਰ ਸਕੂਲ ਖੁੱਲ੍ਹ ਹੀ ਜਾਣੇ ਆ, ਪਰ ਨਹੀਂ ਖੁੱਲ੍ਹੇ। ਤਾਂ ਫਿਰ ਮੈਂ ਵੀ ਰਾਤ ਨੂੰ 11-11:30 ਵਜੇ 140 ਕਿਲੋਮੀਟਰ ਦੂਰ ਮੋਟਰਸਾਈਕਲ 'ਤੇ ਜਾ ਕੇ ਆਪਣੇ ਕਿਰਾਏ ਵਾਲੇ ਕਮਰੇ ਤੋਂ ਕਿਤਾਬਾਂ ਚੱਕ ਕੇ ਲਿਆਇਆ ਕਿ ਨਹੀਂ ਇੰਨੇ ਦਿਨ ਤਾਂ ਨਿਕਲਣੇ ਨਹੀਂ ਵੀ ਕਿਤਾਬਾਂ ਹੁਣ ਪੜ੍ਹਿਆ ਕੀ ਕਰਾਂਗੇ, ਨਾ ਦੁਕਾਨਾਂ ਖੁੱਲ੍ਹਦੀਆਂ, ਖਰੀਦਾਂਗੇ ਕਿੱਥੋਂ, ਨਹੀਂ ਹੋਰ ਖਰੀਦ ਲੈਂਦੇ। ਕਾਫੀ ਹੁਸ਼ਿਆਰ ਸੀ ਵਣਜਾਰਾ ਬੇਦੀ, ਠੀਕ ਹੈ। ਇਹਨਾਂ ਦੀ ਪ੍ਰੀਖਿਆ ਹੋਈ ਪਰ ਉਹ ਪ੍ਰੀਖਿਆ ਦੇ ਵਿੱਚੋਂ ਫੇਲ ਹੋ ਗਏ, ਵਜ਼ੀਫੇ ਦੇ ਲਈ ਸੀ। ਇੱਕ ਸਵਾਲ ਅਤੇ ਇੱਕ ਸ਼ਬਦ ਮੈਨੂੰ ਆਉਂਦਾ ਸੀ, ਪਰ ਫਿਰ ਵੀ ਵਜ਼ੀਫੇ ਵਿੱਚ ਸ਼ਾਮਲ ਪ੍ਰੀਖਿਆਰਥੀਆਂ ਵਿੱਚੋਂ ਸਭ ਤੋਂ ਹੇਠਲੀ ਪੱਧਰ ਉੱਤੇ ਰਿਹਾ ਸਾਂ। ਸੋ ਉਦੋਂ ਪਹਿਲੀ ਵਾਰ ਕਿਤਾਬਾਂ ਤੋਂ ਬਾਹਰਲੇ ਗਿਆਨ ਦੀ ਵੀ ਲੋੜ ਮਹਿਸੂਸ ਕੀਤੀ। ਮੈਂ ਆਪਣੇ ਕੋਰਸ ਤੋਂ ਇਲਾਵਾ ਦੂਜੀਆਂ ਕਿਤਾਬਾਂ ਅਤੇ ਰਸਾਲਿਆਂ ਵਿੱਚ ਦਿਲਚਸਪੀ ਲੈਣੀ ਆਰੰਭ ਦਿੱਤੀ। ਗਿਆਨ ਦੇ ਵੱਖ-ਵੱਖ ਸੋਮਿਆਂ ਨੂੰ ਹੰਗਾਲਣ ਲੱਗਾ। ਘਰ ਵਿੱਚ ਆਈ ਹਰ ਕਿਤਾਬ ਦੀ ਫੋਲਾ-ਫਾਲੀ ਕਰਨ ਲੱਗਾ। ਦੇਖੋ, ਬਹੁਤ ਸਾਰੇ ਹੁਸ਼ਿਆਰ ਵਿਦਿਆਰਥੀ ਹੁੰਦੇ ਆ ਪਰ ਪੇਪਰਾਂ 'ਚ ਹਰ ਵਾਰ ਫੇਲ ਹੋ ਜਾਂਦੇ ਆ, ਉਹਨਾਂ ਦਾ ਕੁਝ ਨਹੀਂ ਬਣ ਪਾਉਂਦਾ। ਹੁਸ਼ਿਆਰ ਬਹੁਤ ਹੁੰਦੇ ਆ ਵਿਦਿਆਰਥੀ, ਅਤੇ ਜਿਨ੍ਹਾਂ ਨੂੰ ਉਹ ਸਮਝਦੇ ਰਹਿੰਦੇ ਆ ਕਿ ਨਲਾਇਕ ਲੱਗੇ ਹੋਏ ਆ, ਇਹਨਾਂ ਨੂੰ ਕੁਝ ਨਹੀਂ ਆਉਂਦਾ, ਫਿਰ ਵੀ ਲੱਗ ਗਏ, ਪਰ ਉਹ ਨਲਾਇਕ ਨਹੀਂ ਹੁੰਦੇ। ਉਹਨਾਂ ਦਾ ਤਜਰਬਾ ਬਹੁਤ ਵੱਡਾ ਹੁੰਦਾ, ਉਹਨਾਂ ਨੇ ਹੋਰ ਬਹੁਤ ਕੁਝ ਕੀਤਾ ਹੁੰਦਾ। ਇਹ ਆਪਣਾ ਸਵੈ ਜੀਵਨੀ ਨੂੰ ਧਿਆਨ ਨਾਲ ਯਾਦ ਕਰ ਲੈਣਾ। ਅਤੇ ਬਾਕੀ ਜਿਹੜੇ ਵਿਦਿਆਰਥੀ ਆਪਣੀ ਕਿਤਾਬ ਦੀ ਉਡੀਕ ਸੀ ਉਹ ਪ੍ਰਕਾਸ਼ਿਤ ਹੋ ਕੇ ਆ ਚੁੱਕੀ ਹੈ, ਛਪ ਗਈ ਹੈ, ਠੀਕ ਹੈ। ਅਤੇ ਜਿਨ੍ਹਾਂ ਨੇ ਅੱਜ ਆਪਣਾ ਦੱਸਿਆ ਸੀਗਾ ਉਹਨਾਂ ਦੇ ਉਹ ਮੈਂ ਰੈਡੀ ਕਰ ਦਿੱਤੇ ਆ ਪਾਰਸਲ, ਉਹ ਇੱਕ ਬਕਸਾ, ਇਹ ਮੈਂ ਕੱਲ੍ਹ ਨੂੰ ਤੁਹਾਨੂੰ ਪਾਰਸਲ ਕਰ ਦੇਣੇ ਆ। ਅਤੇ ਜਿਨ੍ਹਾਂ ਨੂੰ ਨੰਬਰ ਦੀ ਜ਼ਰੂਰਤ ਹੈ, ਨਵੇਂ ਵਿਦਿਆਰਥੀ ਆ, ਇੱਕ ਖਾਸ ਕਰਕੇ ਜਿਨ੍ਹਾਂ ਨੇ ਪਹਿਲਾਂ ਕਿਤਾਬ ਮੰਗਾਈ ਸੀ ਅਤੇ ਪੁੱਛ ਰਹੇ ਆ ਕਿ ਕੁਝ ਨਵਾਂ ਤਾਂ ਨਹੀਂ ਸ਼ਾਮਿਲ ਕੀਤਾ, ਇਹ 4-5 ਪੇਜ ਆ, ਇਹਨਾਂ ਲਈ ਕਿਤਾਬ ਨਾ ਮੰਗਵਾਉਣਾ ਦੁਬਾਰਾ ਤੋਂ। ਇਹ ਤੁਹਾਨੂੰ ਮੈਂ ਕਿਸੇ ਵੀਡੀਓ ਵਿੱਚ ਕਰਾ ਦਾਂਗਾ, 4 ਪੇਜ, ਠੀਕ ਹੈ, ਪੜ੍ਹਾ ਦਾਂਗਾ ਇਸੇ ਤਰ੍ਹਾਂ ਨਾਲ ਰੱਖ ਕੇ, ਠੀਕ ਹੈ। ਇਸ ਕਰਕੇ ਤੁਸੀਂ ਨਾ ਹੁਣ ਇਹਨੂੰ ਉਹ ਕਰਨਾ। ਅਤੇ ਨੰਬਰ ਤੁਸੀਂ ਜੇ ਕੋਈ ਰਹਿੰਦਾ ਵਿਦਿਆਰਥੀ ਤਾਂ ਮੈਨੂੰ WhatsApp ਕਰਨਾ, ਕਾਲ ਨਾ ਕਰਨਾ। ਜਿਹੜਿਆਂ ਨੇ ਮੈਨੂੰ ਕਾਲ ਕੀਤੀ ਹੈ ਲਗਭਗ ਉਹਨਾਂ ਨੂੰ ਕਿਸੇ ਨੂੰ ਸ਼ਾਇਦ ਕਿਤਾਬ ਅਜੇ ਤੱਕ ਪਹੁੰਚੀ ਨਹੀਂ ਹੋਣੀ। 94 647 37 015 ਇਹਦੇ ਉੱਪਰ WhatsApp ਮੈਸੇਜ ਕਰ ਦੇਣਾ, ਆਪਣਾ ਪੂਰਾ ਪਤਾ ਭੇਜ ਦੇਣਾ, ਜਿੱਥੇ ਤੁਹਾਡੀ ਚਿੱਠੀ ਪੱਤਰ ਤੁਹਾਡੇ ਘਰ ਆਉਂਦਾ ਉਹ ਵਾਲਾ ਪਤਾ, ਠੀਕ ਹੈ। ਚਲੋ ਠੀਕ ਹੈ, ਬਾਕੀ ਆਪਾਂ ਹੁਣ ਕਰਾਂਗੇ ਕੋਈ ਹੋਰ ਸਵੈ ਜੀਵਨੀ ਜਾਂ ਕਿਸੇ ਹੋਰ ਕਿਤਾਬ ਉੱਪਰ ਚਰਚਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।